हरि सेवा कौन कौन ना तारे। हो आया दूरों चल कर मैं तकी तो सरनाए जियो। मैं आसा रखी चित में मेरा सबो दुख गवाए जियो। बहु शास्त्र बहु सिमरती पेखै सर्ब टंडोल। पूजस नाही हर हरे नानक नाम अमोल। सुखाओ होटल गुर सेविय अहनस सहज सुभाए। दर्शन परसिय गुरु का जन्म मरण दो जाए। होवै सिफत संबंधी नूर अरसों कुरसों चटिया। खुद डिठे सच्चे पातशाह माल जन्म जन्म दी कटिया। खुद डिठे सच्चे पातशाह माल जन्म जन्म दी कटिया। सतनाम श्री वाहिगुरु साहिब जीओ। सोरठ महला पंजवा। ठांड पाई कर तारे ताप छोड़ गया परवारे। गुरपुरे है राखी शरण सच्चे की ताकी। ठांड पाई कर तारे ताप छोड़ गया परवारे। वाहिगुरु जी का खालसा वाहिगुरु जी की फतेह। दीन दुनिया दे मालिक गरीब नवाज सतगुरु जुगो जुग अटल गुरु ग्रंथ साहिब पातशाह जियां दी पवित्र पावन हजूरी अंदर जुड़ मिल करके बैठी हुई गुरु प्यारी गुरु सवारी खालसा साध संगत जीओ। आप संगत ने सतगुरां दे दरबार विच बैठ के गुरबानी दे रस भिन्ने कीर्तन शब्द सरवण कीते। मिलिया होया ये मनुखा जन्म का समा आप संगतां ने सफला बनाया। सतगुरां दे महावाक हन गुरबानी दे अंदर मिल साध संगत भज केवल नाम। संगत विच बैठ के जपिया होया नाम सुनी हुई गुरबानी लोक ते परलोक दे विच सहायक हुंदी है। ਵੱਡੇ ਭਾਗ ਪ੍ਰਾਪਤ ਹੋ ਰਿਹਾ ਹੈ ਜੋ ਆਪ ਸੰਗਤਾਂ ਗੁਰਬਾਣੀ ਸਰਵਨ ਕਰਨ ਵਾਸਤੇ ਅੰਮ੍ਰਿਤ ਵੇਲੇ ਤੋਂ ਜੁੜੇ ਹੋਏ ਹੋ। ਆਓ ਕੁਝ ਸਮੇਂ ਲਈ ਆਪਣਾ ਮਨ ਧਿਆਨ ਟਿਕਾ ਕੇ ਸਤਿਗੁਰਾਂ ਦੇ ਅੰਮ੍ਰਿਤ ਬਚਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਮੁਖ ਚੋਂ ਨਿਕਲੇ ਹੋਏ ਇਹ ਪਵਿੱਤਰ ਬਚਨ ਜਿਹੜੇ ਨੇ ਉਪਦੇਸ਼ ਗੁਰਬਾਣੀ ਦੇ ਰੂਪ ਦੇ ਵਿੱਚ ਜੋ ਪ੍ਰਾਪਤ ਹੋਏ ਨੇ ਤਿੰਨਾਂ ਨੂੰ ਸਰਵਨ ਕਰਕੇ ਲਾਹਾ ਪ੍ਰਾਪਤ ਕਰੀਏ। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। सोरठ महला पंजवा। ठांड पाई कर तारे। अर्जन साहब पातशाह जियां दा पवित्र शब्द आपां 622 अंग दे उपर महाराज साहब जियां ने अंकित किया है। भाई गुरदास जियां दे कोलों ये शब्द लिखवाया पातशाह जी ने। सतगुरु जी फरमाउंदे ने ठाड़ तो भाव है ठंड पै गई। सारे परिवार विच ये बड़ा खुशी का माहौल पैदा हो गया। सारा परिवार खुश हो गया
किस करके महाराज फरमाउंदे हन ताप छोड़ गया परवारे ताप चढ़िया होया सी ना गुरु हरगोबिंद पातशाह जीआं नूं। ਇਹ ਪਹਿਲਾਂ ਵੀ ਆਪਾਂ ਬਚਨ ਬੇਨਤੀ ਸਰਵਣ ਕੀਤੀ ਹੈ ਕਿ ਸਤਿਗੁਰਾਂ ਨੇ ਸੋਠ ਰਾਗ ਦੇ ਵਿੱਚ ਔਰ ਬਿਲਾਵਲ ਰਾਗ ਦੇ ਵਿੱਚ ਕਈ ਸ਼ਬਦ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਬੁਖਾਰ ਚੜ੍ਹਿਆ ਤੇ ਉਹਦੇ ਪਰਥਾਏ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸਤਿਗੁਰਾਂ ਨੇ ਉਚਾਰੇ। ਇੱਥੇ ਬਚਨ ਵੀ ਉਸੇ ਸੰਬੰਧ ਵਿੱਚ ਆ ਗਿਆ। ਕਹਿਣ ਲੱਗੇ ਪਰਿਵਾਰੇ ਜਿੰਨਾ ਵੀ ਸਾਡਾ ਪਰਿਵਾਰ ਹੈ, ਮਾਤਾ ਸਾਹਿਬ ਮਾਤਾ ਗੰਗਾ ਜੀ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹੋਰ ਵੀ ਜਿਹੜੇ ਗੁਰੂ ਕੇ ਨੇਮੀ ਪ੍ਰੇਮੀ ਗੁਰੂ ਘਰ ਦੇ ਸਿੱਖ, ਕਹਿਣ ਲੱਗੇ ਸਾਰੇ ਪਰਿਵਾਰ ਦੇ ਵਿੱਚ ਠੰਡ ਪਾਈ ਕਰਤਾਰੇ। ਕਰਤਾਰ ਨੇ ਠੰਡ ਪਾ ਦਿੱਤੀ ਅਕਾਲ ਪੁਰਖ ਨੇ। ਕਿਸ ਕਰਕੇ? ਕਹਿੰਦੇ ਤਾਪ ਛੋੜ ਗਿਆ। ਜੋ ਸਾਡੇ ਬਾਲਕ ਬੱਚੇ ਨੂੰ ਤਾਪ ਚੜ੍ਹਿਆ ਸੀ ਨਾ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਨੂੰ, ਉਹ ਤਾਪ ਬੁਖਾਰ ਹੁਣ ਛੱਡ ਕੇ ਚਲਾ ਗਿਆ ਹੈ। ਉਹਦੇ ਜਾਣ ਕਰਕੇ ਪਰਿਵਾਰ ਵਿੱਚ ਇਸ ਵੇਲੇ ਬੜੀ ਠੰਡ ਬਣੀ ਹੋਈ ਹੈ, ਬੜੀ ਸ਼ਾਂਤੀ ਬਣੀ ਹੋਈ ਹੈ। ਪਰਿਵਾਰ ਦੇ ਵਿੱਚ ਬਹੁਤੀ ਇਸ ਵੇਲੇ ਖੁਸ਼ੀ ਬਣੀ ਹੋਈ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਅਵਤਾਰ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਬਚਨਾਂ ਦੇ ਨਾਲ ਹੋਇਆ। ਤੇ ਉਸ ਵੇਲੇ ਬਾਬਾ ਪ੍ਰਿਥੀ ਚੰਦ ਨੇ ਆਖਿਆ ਸੀ ਇਸ ਨੂੰ ਤਾਪ ਚੜ੍ਹ ਜਾਏਗਾ, ਇਹ ਬਾਲਕ ਬਚੇਗਾ ਨਹੀਂ। ਸੋ ਇਸ ਬਚਨ ਦਾ ਭੈ ਹੈ ਸੰਗਤ ਵਿੱਚ, ਕਿਉਂਕਿ ਬਾਬਾ ਪ੍ਰਿਥੀ ਚੰਦ ਵੀ ਗੁਰੂ ਰਾਮਦਾਸ ਪਾਤਸ਼ਾਹ ਦੇ ਹੀ ਪੁੱਤਰ ਨੇ। ਤੇ ਸੰਗਤ ਦੇ ਮਨ ਵਿੱਚ ਭੈ ਤੇ ਡਰ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਵੱਡੇ ਪੁੱਤਰ ਦਾ ਜੇ ਬਚਨ ਪੂਰਾ ਹੋ ਗਿਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬਚਪਨ ਦੇ ਵਿੱਚ ਹੀ ਨਾ ਸਰੀਰ ਛੱਡ ਜਾਣ, ਇਹ ਡਰ ਬਣਿਆ ਹੋਇਆ। ਪਰ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ ਨਾ ਵੀ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੋ ਅਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੋ, ਉਹ ਸਹਾਈ ਹੋਣਗੇ। ਉਸ ਵੇਲੇ ਤਾਪ ਉਤਰ ਗਿਆ ਸਤਿਗੁਰਾਂ ਦੇ ਸਰੀਰ ਤੋਂ। ਤੇ ਸਤਿਗੁਰੂ ਜੀ ਇੱਥੇ ਸ਼ੁਕਰਾਨੇ ਦਾ ਇਹ ਸ਼ਬਦ ਬਖਸ਼ਿਸ਼ ਕਰਦੇ ਪਏ। ਕਹਿਣ ਲੱਗੇ ਭਾਈ ਤਾਪ ਛੋੜ ਗਿਆ ਪਰਿਵਾਰੇ। ਇਹ ਜਿਹੜਾ ਸਾਡਾ ਪਰਿਵਾਰ ਹੈ ਨਾ, ਠੰਡ ਪਾਈ ਕਰਤਾਰੇ। ਕਰਤਾਰ ਨੇ ਠੰਡ ਪਾ ਦਿੱਤੀ ਸਾਰੇ ਪਰਿਵਾਰ ਨੂੰ। ਇਹ ਖੁਸ਼ੀ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਜੋ ਤਾਪ ਛੋੜ ਗਿਆ, ਇਹ ਤਾਪ ਛੱਡ ਕੇ ਚਲਾ ਗਿਆ। ਇਹ ਬਿਪਤਾ, ਇਹ ਦੁੱਖ ਬਿਮਾਰੀ ਦੂਰ ਚਲੇ ਗਈ ਹੈ। ਇਸ ਵੇਲੇ ਪਰਿਵਾਰ ਬੜਾ ਖੁਸ਼ ਹੈ। ਗੁਰਪੁਰ ਹੈ ਰਾਖੀ। ਮਹਾਰਾਜ ਬਖਸ਼ਿਸ਼ ਕਿੱਥੋਂ ਪ੍ਰਾਪਤ ਹੋਈ ਹੈ? ਕਹਿਣ ਲੱਗੇ ਪੂਰੇ ਗੁਰੂ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਸੋਢੀ ਸੁਲਤਾਨ ਮਹਾਰਾਜ ਜੀ, ਇਹ ਉਹਨਾਂ ਨੇ ਭਾਈ ਸਾਡੀ ਇੱਜ਼ਤ ਰੱਖੀ ਹੈ। ਅਸੀਂ ਤੇ ਉਹਨਾਂ ਨੂੰ ਧਿਆਇਆ ਹੈ। ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ। ਸੋ ਮੈਂ ਤੇ ਸਾਰਾ ਕੁਝ ਛੱਡ ਕੇ ਪ੍ਰਮਾਤਮਾ ਨੂੰ ਹੀ ਜਪਿਆ ਹੈ, ਉਸ ਦੇ ਨਾਮ ਨੂੰ ਧਿਆਇਆ ਹੈ। ਗੁਰੂ ਰਾਮਦਾਸ ਪਾਤਸ਼ਾਹ ਨੇ ਮੇਰੀ ਇੱਥੇ ਪੂਰੀ ਇੱਜ਼ਤ ਰੱਖੀ ਹੈ। ਸ਼ਰਨ ਸੱਚੇ ਕੀ ਹੈ ਤਾਕੀ। ਅਸੀਂ ਸੱਚੇ ਅਕਾਲ ਪੁਰਖ ਦੀ ਸ਼ਰਨ ਤੱਕੀ ਹੈ। ਜਿਹੜਾ ਸੱਚ ਦੀ ਸ਼ਰਨ ਵਿੱਚ ਜਾਂਦਾ ਹੈ, ਫਿਰ ਸੱਚ ਦੀ ਇੱਜ਼ਤ ਵੀ ਪ੍ਰਮਾਤਮਾ ਆਪ ਰੱਖਦਾ ਹੈ, ਕਿਉਂਕਿ ਉਹ ਪ੍ਰਮਾਤਮਾ ਆਦ ਸੱਚ ਜੁਗਾਦ ਸੱਚ, ਆਪ ਵੀ ਉਹ ਸੱਚਾ ਹੈ, ਜੁਗਾਂ ਜੁਗਾਂ ਤੋਂ ਸੱਚਾ। ਉਹਦੇ ਨਾਮ ਜਪਣ ਵਾਲੇ ਗੁਰਮੁਖ ਗੁਰਸਿੱਖ ਜਿਹੜੇ ਨੇ, ਉਹ ਵੀ ਸੱਚੇ ਸੁੱਚੇ ਹੋ ਜਾਂਦੇ, ਉਹਨਾਂ ਦੇ ਬਚਨ ਪੂਰੇ ਹੋ ਜਾਂਦੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਭਾਈ ਅਸੀਂ ਸੱਚੇ ਅਕਾਲ ਪੁਰਖ ਦੀ ਸ਼ਰਨ ਵਿੱਚ ਪਏ। ਤੇ ਜਦੋਂ ਸ਼ਰਨ ਵਿੱਚ ਪਏ ਤੇ ਫਿਰ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਡੀ ਰੱਖ ਲਈ ਇੱਜ਼ਤ, ਕਿਉਂਕਿ ਮਾਨ ਸਨਮਾਨ ਸਾਰਾ ਗੁਰੂ ਦੇ ਹੱਥ ਵਿੱਚ ਹੀ ਹੈ। ਇਹ ਸਾਡੀ ਇੱਜ਼ਤ ਗੁਰੂ ਦੇ ਹੱਥ ਵਿੱਚ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਕਿਰਪਾ ਕੀਤੀ। ਆਪਾਂ ਬਚਨ ਪੜ੍ਹਦੇ ਹਾਂ ਨਾ ਅਰਦਾਸ ਦੇ ਵਿੱਚ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ। ਇਹ ਜਿਹੜੀ ਸਾਡੀ ਮਤ ਹੈ, ਇਹਦਾ ਰਾਖਾ ਵੀ ਪ੍ਰਮਾਤਮਾ ਆਪ ਹੀ ਹੈ। ਅਤੇ ਪਤ ਨਾਮ ਇੱਜ਼ਤ ਦਾ ਹੈ, ਜਿਹੜੀ ਸਾਡੀ ਇੱਜ਼ਤ ਬਣਾ ਕੇ ਰੱਖਣੀ ਹੈ। ਇਹ ਇੱਜ਼ਤ ਦਾ ਰਾਖਾ ਵੀ ਆਪ ਹੀ ਪ੍ਰਮਾਤਮਾ ਹੈ। ਅਰਦਾਸ ਕਰਿਆ ਕਰ ਗੁਰੂ ਕਿਆ ਸਿੱਖਾ ਮਹਾਰਾਜ, ਇਹੋ ਜਿਹੀ ਇੱਜ਼ਤ ਬਣਾ ਕੇ ਰੱਖਣਾ, ਕਦੇ ਬੇਪਤੀ ਦਾ ਸਾਹਮਣਾ ਨਾ ਕਰਨਾ ਪਵੇ। ਇਹੋ ਜਿਹੀ ਮਤ ਬਣਾ ਕੇ ਰੱਖਣੀ ਵੀ ਕਦੇ ਕੁਕਰਮ ਵਾਲੇ ਪਾਸੇ ਧਿਆਨ ਹੀ ਨਾ ਜਾਵੇ, ਤਾਂ ਕਿ ਨਾ ਮਾੜਾ ਕਰਮ ਹੋਵੇ, ਨਾ ਦੁਨੀਆ ਵਿੱਚ ਇੱਜ਼ਤ ਖਰਾਬ ਹੋਵੇ। ਕਿਉਂਕਿ ਅਕਾਲ ਪੁਰਖ ਹੀ ਇੱਜ਼ਤ ਦਾ ਔਰ ਮਤ ਦਾ ਰੱਖਾ ਹੈ। ਇੱਥੇ ਬਚਨ ਆ ਗਿਆ, ਕਹਿਣ ਲੱਗੇ ਸ਼ਰਨ ਸੱਚੇ ਕੀ ਤਾਕੀ। ਜਦੋਂ ਸੱਚੇ ਅਕਾਲ ਪੁਰਖ ਦੀ ਸ਼ਰਨ ਨੂੰ ਤੱਕਿਆ, ਫਿਰ ਉਹਨਾਂ ਨੇ ਸਾਡੀ ਇੱਜ਼ਤ ਨੂੰ ਰੱਖਿਆ ਹੈ। ਪਰਮੇਸ਼ਰ ਆਪ ਹੋਆ ਰਖਵਾਲਾ। ਪਰਮੇਸ਼ਰ ਜਿਹੜਾ ਹੈ ਨੂੰ ਆਪ ਰੱਖਿਆ ਕਰਨ ਵਾਲਾ ਹੈ।
ਉਹ ਸਾਡੇ ਪਰਿਵਾਰ ਦੀ ਰੱਖਿਆ ਕਰਦਾ, ਸੰਸਾਰ ਦੀ ਰੱਖਿਆ ਕਰਦਾ, ਸਾਡੇ ਸਰੀਰ ਦੀ ਰੱਖਿਆ ਕਰਦਾ ਹੈ। ਹਰੇਕ ਥਾਂ ਤੇ ਹਰੇਕ ਸਮੇਂ ਉਹ ਆਪ ਰਾਖੀ ਕਰਨ ਵਾਲਾ ਰਖਵਾਲਾ ਬਣਿਆ ਹੋਇਆ ਹੈ। ਸੋ ਇਸ ਤਰ੍ਹਾਂ ਜਿਹੜੇ ਗੁਰਮੁਖ ਗੁਰਸਿੱਖ ਉਹਦੀ ਸ਼ਰਨ ਵਿੱਚ ਪੈ ਜਾਂਦੇ, ਫਿਰ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣਾਈ। ਫਿਰ ਉਹ ਤੱਤੀ ਵਾਹ ਨਹੀਂ ਲੱਗਣ ਦਿੰਦਾ ਤੇ ਪਾਤਸ਼ਾਹ ਕਹਿਣ ਲੱਗੇ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੈ ਨਾ ਪਾਈ। ਚਾਰ ਸਫੇਰੇ ਫਿਰ ਸਾਡੇ ਰੱਖਿਆ ਦੀ ਇੱਕ ਦੀਵਾਰ ਖੜੀ ਕਰ ਦਿੰਦਾ ਹੈ। ਆਪਾਂ ਇਤਿਹਾਸ ਦੇ ਵਿੱਚ ਬਚਨ ਸਰਵਣ ਕਰਦੇ ਹਾਂ, ਜਦੋਂ ਭਗਵਾਨ ਰਾਮਚੰਦਰ ਜੀ 14 ਸਾਲ ਦੇ ਬਨਵਾਸ ਤੇ ਚੱਲੇ ਤੇ ਲక్ష్మణ ਜੀ ਵੀ ਨਾਲ ਹੀ ਚੱਲ ਪਏ, ਸੀਤਾ ਵੀ ਨਾਲ ਹੀ ਚੱਲ ਪਏ। ਜਦੋਂ ਸਾਰੇ ਜਾਣੇ ਜੰਗਲ ਦੇ ਵਿੱਚ ਰਹਿੰਦੇ ਤੇ ਕਹਿਣ ਲੱਗੇ, ਉਸ ਵੇਲੇ ਇਹਨਾਂ ਨੂੰ ਛਲਣ ਵਾਸਤੇ ਕਹਿਣ ਲੱਗੇ ਕਿ ਰਾਵਣ ਨੇ ਆਪਣੇ ਮਰੀਚ ਨਾਮ ਦੇ ਦੈਂਤ ਨੂੰ ਭੇਜਿਆ ਅਤੇ ਉਹਨੂੰ ਆਖਿਆ ਵੀ ਆਪਣੇ ਸਰੀਰ ਦਾ ਆਕਾਰ ਬਦਲ ਕੇ ਇਹਨਾਂ ਨੂੰ ਭੁਲੇਖਾ ਪਾਉਣ ਦਾ ਯਤਨ ਕਰ। ਤੇ ਕਹਿਣ ਲੱਗੇ ਉਸ ਮਰੀਚ ਦੈਂਤ ਨੇ ਨਾ ਹਿਰਨ ਦਾ ਰੂਪ ਬਣਾ ਲਿਆ, ਸੋਨੇ ਵਰਗਾ ਹਿਰਨ, ਚਮਕਣ ਵਾਲਾ ਹਿਰਨ, ਸੁਨਹਿਰੀ ਹਿਰਨ ਬਣ ਗਿਆ ਤੇ ਜਾਣ ਬੁੱਝ ਕੇ ਆਸ਼ਰਮ ਦੇ ਨੇੜਿਓਂ ਦੀ ਲੰਘਿਆ। ਜਦੋਂ ਆਸ਼ਰਮ ਦੇ ਕੋਲ ਦੀ ਲੰਘਿਆ ਤੇ ਉਸ ਵੇਲੇ ਸੀਤਾ ਦੀ ਨਜ਼ਰ ਵਿੱਚ ਉਹ ਹਿਰਨ ਪੈ ਗਿਆ ਤੇ ਉਹਨਾਂ ਨੇ ਭਗਵਾਨ ਰਾਮ ਜੀਆਂ ਨੂੰ ਆਖਿਆ, ਕਹਿਣ ਲੱਗੇ ਵੀ ਆਹ ਹਿਰਨ ਬੜਾ ਸੋਹਣਾ, ਇਹਨੂੰ ਫੜ ਕੇ ਲਿਆਓ। ਉਸ ਵੇਲੇ ਭਗਵਾਨ ਜੀ ਕਹਿਣ ਲੱਗੇ ਵੀ ਆਪਾਂ ਜੰਗਲ ਵਿੱਚ ਰਹਿੰਦੇ ਹਾਂ ਸੀਤਾ, ਇਹ ਕੋਈ ਛਲ ਹੋ ਸਕਦਾ, ਇਹ ਕੋਈ ਮਾਇਆ ਹੋ ਸਕਦੀ ਹੈ, ਕੋਈ ਆਪਣੇ ਨਾਲ ਧੋਖਾ ਕਰ ਸਕਦਾ। ਕਿਉਂਕਿ ਭਗਵਾਨ ਜੀ ਤੇ ਜਾਣਦੇ ਸਨ ਕਿ ਲక్ష్మణ ਨੇ ਸੂਪਨਖਾ ਦਾ ਨੱਕ ਵੱਢਿਆ, ਰਾਵਣ ਦੀ ਭੈਣ ਦਾ ਨੱਕ ਵੱਢਿਆ ਸਾਡੇ ਭਰਾ ਨੇ, ਤੇ ਰਾਵਣ ਬਦਲਾ ਲੈਣ ਵਾਸਤੇ ਕੁਝ ਨਾ ਕੁਝ ਤੇ ਕਰੇਗਾ, ਉਹ ਬੈਠੇਗਾ ਨਹੀਂ ਚੁੱਪ ਕਰਕੇ। ਉਹਨਾਂ ਨੇ ਸਮਝਾਉਣ ਦਾ ਯਤਨ ਕੀਤਾ, ਕਹਿਣ ਲੱਗੇ ਜੰਗਲ ਵਿੱਚ ਬੈਠੇ ਆ, ਇਹ ਕਦੇ ਸੁਨਹਿਰੀ ਰੰਗ ਦੇ ਹਿਰਨ ਨਹੀਂ ਹੋਇਆ ਕਰਦੇ, ਇਹ ਸਾਨੂੰ ਛਲਣ ਵਾਸਤੇ ਕੋਈ ਦਾ ਖੇਡਿਆ ਗਿਆ। ਪਰ ਜਦੋਂ ਇਹ ਬਚਨ ਸੀਤਾ ਜੀ ਨੇ ਕਹਿੰਦੇ ਸਰਵਣ ਕੀਤਾ, ਉਹ ਕਹਿਣ ਲੱਗੇ ਵੀ ਨਹੀਂ, ਇਹ ਤੁਸੀਂ ਟਾਲ ਮਟੋਲ ਹੀ ਕਰਦੇ ਪਏ ਹੋ, ਤੁਸੀਂ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇਹੋ ਜਿਹੀ ਬਹਾਨੇਬਾਜ਼ੀ ਕੀਤੀ ਹੈ। ਮੈਂ ਤੇ ਇਹ ਹਿਰਨ ਵੇਖਣਾ, ਤੁਸੀਂ ਲੈ ਕੇ ਆਓ। ਉਸ ਵੇਲੇ ਭਗਵਾਨ ਜੀ ਜਦੋਂ ਚੱਲਣ ਲੱਗੇ ਹਿਰਨ ਦਾ ਪਿੱਛਾ ਕਰਨ ਵਾਸਤੇ ਤੇ ਉਹਨਾਂ ਨੇ ਲక్ష్మణ ਨੂੰ ਆਖਿਆ, ਕਹਿਣ ਲੱਗੇ ਲక్ష్మణ ਤੂੰ ਇਸ ਆਸ਼ਰਮ ਨੂੰ ਕੁਟੀਆ ਨੂੰ ਛੱਡ ਕੇ ਜਾਈ ਨਾ, ਕਿਉਂਕਿ ਇੱਥੇ ਕੋਈ ਨਾ ਕੋਈ ਛਲ ਧੋਖਾ ਹੋ ਸਕਦਾ ਹੈ। ਉਸ ਵੇਲੇ ਲక్ష్మణ ਜੀ ਪਹਿਰੇ ਤੇ ਖੜ ਗਏ, ਰਾਮ ਜੀ ਚਲੇ ਗਏ ਹਿਰਨ ਨੂੰ ਲੱਭਣ ਵਾਸਤੇ। ਹਿਰਨ ਕਿੱਥੋਂ ਲੱਭਣਾ, ਉਹ ਤੇ ਇੱਕ ਛਲ ਹੈ। ਥੋੜੇ ਸਮੇਂ ਬਾਅਦ ਹੀ ਕਹਿਣ ਲੱਗੇ ਰਾਵਣ ਦੇ ਇੱਕ ਦੈਂਤ ਨੇ ਸ਼ੇਰ ਦੀ ਆਵਾਜ਼ ਬਣਾ ਕੇ ਉੱਚੀ ਉੱਚੀ ਗਰਜਣ ਲੱਗ ਪਿਆ। ਹੁਣ ਸ਼ੇਰ ਦੇ ਗਰਜਣ ਦੀ ਆਵਾਜ਼ ਜਦੋਂ ਸੀਤਾ ਨੇ ਸੁਣੀ, ਮਨ ਵਿੱਚ ਡਰ ਗਈ ਕਿ ਮੇਰੇ ਪਤੀ ਰਾਮਚੰਦਰ ਜੀ ਗਏ ਹੋਏ ਹਿਰਨ ਦਾ ਸ਼ਿਕਾਰ ਕਰਨ ਵਾਸਤੇ, ਇਹ ਸ਼ੇਰ ਬੜਾ ਭਿਆਨਕ ਗੱਜਦਾ ਪਿਆ, ਕਿਤੇ ਹਮਲਾ ਨਾ ਕਰ ਦੇਵੇ। ਉਹਨਾਂ ਨੇ ਵਾਰ-ਵਾਰ ਫਿਰ ਲక్ష్మణ ਨੂੰ ਆਖਿਆ, ਕਹਿਣ ਲੱਗੇ ਵੀ ਤੇਰਾ ਭਰਾ ਜੰਗਲ ਵਿੱਚ ਇਸ ਵੇਲੇ ਮੁਸੀਬਤ ਵਿੱਚ ਫਸਿਆ ਹੋਇਆ, ਤੁਸੀਂ ਜਾ ਕੇ ਉਹਦੀ ਮਦਦ ਕਿਉਂ ਨਹੀਂ ਕਰਦੇ। ਜਦੋਂ ਵਾਰ-ਵਾਰ ਆਖਿਆ ਲక్ష్మణ ਨੂੰ ਜਾਣਾ ਪੈ ਗਿਆ। ਕਹਿਣ ਲੱਗੇ ਫਿਰ ਉਹਨਾਂ ਨੇ ਆਪਣੇ ਜਾਤ ਦੀ ਸ਼ਕਤੀ ਦੇ ਨਾਲ, 6 ਜਤੀ ਹੋਏ ਨਾ ਦੁਨੀਆ ਦੇ ਵਿੱਚ, 6 ਜਤੀਆਂ ਵਿੱਚੋਂ ਲక్ష్మణ ਜੀ ਵੀ ਇੱਕ ਜਤੀ ਨੇ। ਉਹਨਾਂ ਨੇ ਆਪਣੇ ਜਾਤ ਦੀ ਸ਼ਕਤੀ ਦੇ ਨਾਲ ਇੱਕ ਰੇਖਾ ਖਿੱਚ ਦਿੱਤੀ, ਇੱਕ ਲਾਈਨ ਖਿੱਚ ਦਿੱਤੀ, ਇੱਕ ਲਕੀਰ ਬਣਾ ਦਿੱਤੀ। ਕਹਿਣ ਲੱਗੇ ਵੀ ਜਿੰਨਾ ਚਿਰ ਅਸੀਂ ਵਾਪਸ ਨਾ ਮੁੜ ਕੇ ਆਈਏ ਉਹਨਾਂ ਚਿਰ ਤੁਸੀਂ ਇਸ ਰੇਖਾ ਤੋਂ ਬਾਹਰ ਨਹੀਂ ਜਾਣਾ ਹੈ, ਤੇ ਜਿਹੜਾ ਅੰਦਰ ਆਵੇਗਾ ਉਹ ਆਪੇ ਭਸਮ ਹੋ ਜਾਏਗਾ। ਇਹ ਸਾਡਾ ਪ੍ਰਣ ਹੈ, ਸਾਡਾ ਬਚਨ ਹੈ, ਇਹ ਸਾਡੀ ਸ਼ਕਤੀ ਹੈ। ਕਹਿਣ ਲੱਗੇ ਇਸ ਤਰ੍ਹਾਂ ਉਹ ਆਪਣਾ ਮੁਕੰਮਲ ਕੰਮ ਕਰਕੇ ਤੇ ਆਪ ਚਲੇ ਗਏ। ਤੇ ਜਦੋਂ ਚਲੇ ਗਏ ਇਧਰੋਂ ਕਹਿੰਦੇ ਰਾਵਣ ਫਿਰ ਭਿਖਾਰੀ ਬਣ ਕੇ ਨਾ ਰੂਪ ਬਦਲ ਕੇ ਤੇ ਉਸਨੇ ਆ ਕੇ ਫਿਰ ਆਸ਼ਰਮ ਦੇ ਬਾਹਰ ਅਲੱਖ ਜਗਾਈ, ਆਖਿਆ ਭੁੱਖ ਲੱਗੀ ਹੈ ਕੁਝ ਦਾਨ ਕਰੋ। ਤੇ ਜਦੋਂ ਦਾਨ ਮੰਗਿਆ ਉਸ ਵੇਲੇ ਸੀਤਾ ਨੇ ਦਾਨ ਪਾਇਆ ਤੇ ਦਾਨ ਉਸਨੇ ਰੇਖਾ ਤੋਂ ਬਾਹਰ ਵਾਰ। ਇਤਿਹਾਸ ਇਹ ਗੱਲ ਕਹਿੰਦਾ, ਸ਼ਾਸਤਰ ਇਹ ਗੱਲ ਕਹਿੰਦੇ ਵੀ ਰੇਖਾ ਤੋਂ ਬਾਹਰ ਉਸਨੇ ਸੀਤਾ ਨੂੰ ਬੁਲਾ ਕੇ ਆਖਿਆ ਵੀ ਇਹ ਦਾਨ ਪਾਉਣਾ ਤੇ ਇੱਥੇ ਬਾਹਰ ਆ ਕੇ ਪਾ, ਮੈਂ ਅੰਦਰ ਘਰੇ ਦਾਨ ਨਹੀਂ ਲਵਾਂਗਾ, ਮੈਂ ਤੇ ਬੜਾ ਵੱਡਾ ਰਿਖੀ ਮੁਨੀ ਆ, ਘਰ ਵਿੱਚ ਜਾਣ ਦਾ ਹੁਕਮ ਹੀ ਨਹੀਂ ਹੈ। ਜਦੋਂ ਦਾਨ ਪਾਉਣ ਵਾਸਤੇ ਉਸ ਲਕੀਰ ਰੇਖਾ ਤੋਂ ਬਾਹਰ ਨਿਕਲੀ ਤੇ ਉਸ ਵੇਲੇ ਸੀਤਾ ਦਾ ਅਪਹਰਨ ਹੋ ਗਿਆ, ਉਸ ਨੂੰ ਗਵਾਹ ਕੀਤਾ ਗਿਆ ਤੇ ਰਾਵਣ ਲੈ ਗਿਆ। ਇਧਰੋਂ ਰਾਵਣ ਸੀਤਾ ਨੂੰ ਲੈ ਗਿਆ, ਉਧਰੋਂ ਲక్ష్మణ ਜੀ ਆਪਣੇ ਭਰਾ ਰਾਮਚੰਦਰ ਜੀਆਂ ਦੇ ਕੋਲ ਪਹੁੰਚ ਗਏ। ਆਪਣੇ ਭਰਾ ਨੂੰ ਆਇਆ ਵੇਖ ਕੇ ਉਹਨਾਂ ਨੇ ਸੁਭਾਵਿਕ ਹੀ ਕਹਿ ਦਿੱਤਾ, ਕਹਿਣ ਲੱਗੇ ਜਾ ਓਏ ਮਰ ਲక్ష్మణ,
ਇਹ ਉਹਨਾਂ ਦੇ ਮੂੰਹੋਂ ਬਚਨ ਨਿਕਲ ਪਿਆ ਵੀ ਤੈਨੂੰ ਅਸੀਂ ਆਖਿਆ ਸੀ ਵੀ ਘਰੇ ਰਹਿਣਾ, ਘਰ ਨਹੀਂ ਛੱਡਣਾ, ਤੂੰ ਸਾਡਾ ਬਚਨ ਕਿਉਂ ਮੋੜਿਆ ਹੈ। ਸੁਭਾਵਿਕ ਬਚਨ ਨਿਕਲਿਆ ਤੇ ਕਹਿਣ ਲੱਗੇ ਉਹ ਬਚਨ ਫਿਰ ਉਹਨਾਂ ਦੇ ਮੂਰਛਿਤ ਹੋਣ ਦੇ ਰੂਪ ਦੇ ਵਿੱਚ ਪੂਰਾ ਹੋਇਆ ਜਦੋਂ ਸੰਜੀਵਨੀ ਬੂਟੀ ਲਿਆ ਕੇ ਉਸ ਨੂੰ ਜਿਉਂਦਾ ਕੀਤਾ ਗਿਆ। ਰੋ ਵਿਚਾਰ ਇਹ ਹੈ, ਕਹਿਣ ਲੱਗੇ ਪਾਤਸ਼ਾਹ ਜੀ ਜਿਵੇਂ ਤ੍ਰੇਤੇ ਯੁੱਗ ਦੇ ਵਿੱਚ ਲక్ష్మణ ਜੀਆਂ ਨੇ ਇੱਕ ਰੇਖਾ ਖਿੱਚੀ, ਆਖਿਆ ਰੇਖਾ ਦੇ ਅੰਦਰ ਰਹੋਗੇ ਸੀਤਾ ਜੀ ਤੇ ਕੋਈ ਦੁੱਖ ਨਹੀਂ ਹੈ, ਰੇਖਾ ਤੋਂ ਬਾਹਰ ਨਿਕਲੋਗੇ, ਸੀਮਾ ਤੋਂ ਬਾਹਰ ਜਾਓਗੇ ਦੁੱਖ ਹੈ। ਧੰਨ 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਗੁਰੂ ਕੇ ਸਿੱਖ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਬਚਨ ਕੀਤਾ ਗੁਰੂ ਕਿਆ ਸਿੱਖਾ, ਜਿੰਨਾ ਚਿਰ ਇਸ ਅੰਮ੍ਰਿਤ ਦੀ ਰੇਖਾ ਦੇ ਵਿੱਚ ਰਵੇਂਗਾ, ਅੰਮ੍ਰਿਤ ਦੀ ਸੀਮਾ ਦੇ ਵਿੱਚ ਰਵੇਂਗਾ, ਪੰਜਾਂ ਕਕਾਰਾਂ ਦਾ ਧਾਰਨੀ ਰਵੇਂਗਾ, ਇਹ ਸੀਮਾ ਹੈ। ਅਤੇ ਜਿੰਨਾ ਚਿਰ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਰਵੇਂਗਾ, ਇਹ ਵੀ ਸੀਮਾ ਹੈ। ਜਿੰਨਾ ਚਿਰ ਚਾਰ ਬੱਜਰ ਕੁਰਾਤਾਂ ਤੋਂ ਬਚਿਆ ਰਵੇਂਗਾ, ਹੁਕਾ ਹਯਾਮਤ ਹਲਾਲੋ ਤੇ ਹਰਾਮ, ਇਹ ਸੀਮਾ ਹੈ। ਜਿੰਨਾ ਚਿਰ ਇਹ ਸੀਮਾ ਦੇ ਅੰਡਰਗਰਾਉਂਡ ਰਹੇਗਾ ਉਹਨਾਂ ਚਿਰ ਗੁਰੂ ਤੇਰੀ ਰੱਖਿਆ ਕਰੇਗਾ। ਭਾਈ ਤੈਨੂੰ ਗੁਰੂ ਤੱਤੀ ਵਾਲ ਨਹੀਂ ਲੱਗਣ ਦੇਵੇਗਾ। ਜਦੋਂ ਇਸ ਗੁਰੂ ਦੀ ਮਰਿਆਦਾ ਨੂੰ ਛੱਡ ਕੇ ਪੰਜਾਂ ਕਕਾਰਾਂ ਨੂੰ ਉਤਾਰ ਕੇ ਬਾਹਰ ਨਿਕਲੇਗਾ, ਚਾਰ ਬੱਜਰ ਕੁਰਾਤਾਂ ਕਰਕੇ ਬਾਹਰ ਜਾਵੇਂਗਾ ਗੁਰੂ ਦੇ ਕਹਿਣੇ ਤੋਂ, ਜਦੋਂ ਨਿਤਨੇਮ ਤੋਂ ਬਾਹਰੀ ਹੋ ਜਾਵੇਗਾ ਉਦੋਂ ਫਿਰ ਤੇਰੇ ਤੇ ਸੰਕਟ ਪੈ ਸਕਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤਾਤੀ ਵਾਓ ਨ ਲੱਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗੈ ਨਾ ਭਾਈ। ਇਹ ਹੈ ਰਾਮਕਾਰ, ਪੰਜਾਂ ਕਕਾਰਾਂ ਦੀ, ਪੰਜ ਬਾਣੀਆਂ ਦੀ, ਉਹ ਚਾਰ ਬੱਜਰ ਕੁਰਾਤਾਂ ਦੇ ਛੱਡਣ ਦੀ। ਇਹ ਸਤਿਗੁਰਾਂ ਨੇ ਸਾਨੂੰ ਰਾਮਕਾਰ ਬਖਸ਼ਿਸ਼ ਕੀਤੀ ਹੈ, ਰਾਮ ਰੇਖਾ ਬਖਸ਼ਿਸ਼ ਕੀਤੀ ਹੈ। ਇਸ ਰੇਖਾ ਦੇ ਅੰਦਰ ਰਹਿ, ਇਸ ਮਰਿਆਦਾ ਦੇ ਅੰਦਰ ਰਵੇਂਗਾ, ਤੇਰਾ ਭਲਾ ਹੀ ਭਲਾ ਹੋਵੇਗਾ। ਪਰ ਜਦੋਂ ਛੱਡ ਕੇ ਗੁਰੂ ਨੂੰ ਬੇਮੁਖ ਹੋ ਕੇ ਬਾਹਰ ਨਿਕਲੇਗਾ, ਗੁਰੂ ਨੂੰ ਪਿੱਠ ਕਰੇਗਾ, ਤੇ ਫਿਰ ਤੇਰੇ ਤੇ ਮੁਸੀਬਤ ਆ ਸਕਦੀ, ਤੇਰੇ ਤੇ ਸੰਕਟ ਆ ਸਕਦਾ। ਜਿਵੇਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਮੂਲੇ ਖੱਤਰੀ ਦੇ ਘਰ ਗਏ ਤੇ ਆਵਾਜ਼ਾਂ ਦਿੱਤਾ ਮਹਾਰਾਜ ਨੇ ਬਾਹਰੋਂ। ਉਸ ਵੇਲੇ ਮੂਲੇ ਦੀ ਘਰਵਾਲੀ ਕਹਿਣ ਲੱਗੀ ਮਹਾਰਾਜ ਉਹ ਤੇ ਘਰੇ ਹੈ ਹੀ ਨਹੀਂ। ਤੇ ਜਦੋਂ ਇਹ ਬਚਨ ਸਰਵਣ ਕੀਤਾ ਤੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਮੂਲੇ ਦੇ ਘਰ ਵੱਲ ਪਿੱਠ ਕਰ ਲਈ ਤੇ ਦੂਜੇ ਪਾਸੇ ਨੂੰ ਮੂੰਹ ਕਰਕੇ ਤੁਰਨ ਲੱਗੇ ਤੇ ਨਾਲ ਹੀ ਬਚਨ ਆਖਿਆ। ਕਹਿਣ ਲੱਗੇ ਜੇ ਤੂੰ ਇਹ ਗੱਲ ਕਹਿੰਦੀ ਹੈ ਵੀ ਮੂਲਾ ਹੈ ਨਹੀਂ ਤੇ ਚੱਲ ਫਿਰ ਤੇਰੀ ਗੱਲ ਮੰਨ ਲਈ, ਉਹ ਵਾਕਿਆ ਹੀ ਨਹੀਂ ਹੈ। ਜਦੋਂ ਇੰਨਾ ਬਚਨ ਨਿਕਲਿਆ, ਮੂਲੇ ਨੂੰ ਕਹਿੰਦੇ ਸੱਪ ਨੇ ਡੰਗ ਮਾਰਿਆ ਅਤੇ ਉਹਦੇ ਕਰਕੇ ਉਹ ਮਰ ਗਿਆ। ਜਿਨ੍ਹਾਂ ਨੇ ਗੁਰੂ ਵੱਲ ਪਿੱਠ ਕਰ ਲਈ ਹੈ, ਜਿਨ੍ਹਾਂ ਨੇ ਗੁਰੂ ਨੂੰ ਵੇਖ ਕੇ ਆਪਣੇ ਦਰਵਾਜ਼ੇ ਬੰਦ ਕਰ ਲਏ, ਜਿਨ੍ਹਾਂ ਨੇ ਗੁਰੂ ਦੀ ਰਹਿਤ ਬਹਿਤ ਨੂੰ ਨਹੀਂ ਮੰਨਿਆ, ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਉਹਨਾਂ ਦੀ ਫਿਰ ਗੁਰੂ ਵੱਲ ਪਿੱਠ ਹੋ ਜਾਂਦੀ ਔਰ ਗੁਰੂ ਦੀ ਉਹਨਾਂ ਵੱਲ ਪਿੱਠ ਹੋ ਜਾਂਦੀ ਹੈ। ਤੇ ਜਿਹਦੇ ਵੱਲ ਗੁਰੂ ਦੀ ਪਿੱਠ ਹੋ ਗਈ ਨਾ, ਉਹ ਮੂਲੇ ਦਾ ਇਤਿਹਾਸ ਆਪਣੇ ਸਾਹਮਣੇ ਹੈ, ਕਿਵੇਂ ਅਧੋਗਤ ਹੋ ਕੇ ਸੱਪ ਲੜ ਕੇ ਤੜਫ ਕੇ ਮਰਿਆ। ਇਹ ਤੇ ਫਿਰ ਵੀ ਗੁਰੂ ਦਾ ਬਿਰਧ ਹੈ ਵੀ ਗੁਰੂ ਨੇ ਉਸ ਦੀ ਰੱਖਿਆ ਕਰ ਲਈ, ਉਸ ਨੂੰ 10ਵੇਂ ਜਾਮੇ ਵਿੱਚ ਬਖਸ਼ ਦਿੱਤਾ। ਪਰ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਬਚਨ ਉਹਨਾਂ ਵਾਸਤੇ ਹੈ ਜਿਹੜੇ ਗੁਰੂ ਦੇ ਬਚਨ ਨੂੰ ਕਮਾਉਂਦੇ ਨਹੀਂ, ਸਗੋਂ ਪਿੱਠ ਕਰ ਲੈਂਦੇ। ਪਰ ਜਿਹੜੇ ਸ਼ਰਨ ਵਿੱਚ ਰਹਿੰਦੇ ਨੇ, ਰੇਖਾ ਦੇ ਅੰਦਰ ਰਹਿੰਦੇ, ਹੁਕਮ ਦੇ ਅੰਦਰ ਰਹਿੰਦੇ, ਭਾਣੇ ਦੇ ਵਿੱਚ ਰਹਿੰਦੇ, ਗੁਰੂ ਦੀ ਮਰਿਆਦਾ ਦੇ ਵਿੱਚ ਰਹਿੰਦੇ, ਉਹਨਾਂ ਦੀ ਫਿਰ ਉਹ ਰੱਖਿਆ ਕਰਦਾ। ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗੈ ਨਾ ਭਾਈ। ਫਿਰ ਉਹਨਾਂ ਨੂੰ ਦੁੱਖ ਨਹੀਂ ਲੱਗਣ ਦਿੰਦਾ, ਐਸੀ ਬਖਸ਼ਿਸ਼ ਨਾਲ ਉਹ ਬਚਾ ਲੈਂਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ, ਕਹਿਣ ਲੱਗੇ ਪਰਮੇਸ਼ਰ ਆਪ ਹੁਆ ਰਖਵਾਲਾ, ਉਹ ਪਰਮਾਤਮਾ ਤੇ ਭਾਈ ਰੱਖਿਆ ਕਰਨ ਵਾਲਾ ਹਰ ਵੇਲੇ ਤੇਰੇ ਸਿਰ ਤੇ ਖਲੋਤਾ ਹੋਇਆ, ਹਰ ਵੇਲੇ ਉਹ ਤੇਰੀ ਰੱਖਿਆ ਕਰਦਾ ਹੈ, ਹਰ ਵੇਲੇ ਤੈਨੂੰ ਬਚਾਉਂਦਾ ਹੈ। ਪਰ ਰੱਖਿਆ ਵੀ ਤੇ ਤਾਂ ਹੀ ਹੋਵੇਗੀ ਨਾ ਜੇ ਤੂੰ ਉਹਦੀ ਸ਼ਰਨ ਵਿੱਚ ਜਾਏਗਾ। ਜੇ ਸ਼ਰਨ ਵਿੱਚ ਹੀ ਨਹੀਂ ਗਿਆ ਤੂੰ ਗੁਰੂ ਨੂੰ ਮੰਨਿਆ ਹੀ ਨਹੀਂ, ਪਰਮੇਸ਼ਰ ਨੂੰ ਜਾਣਦਾ ਹੀ ਨਹੀਂ, ਆਪਣੇ ਆਪ ਦੀ ਹਉਮੈ ਲਈ ਫਿਰਦਾ, ਫਿਰ ਰੱਖਿਆ ਨਹੀਂ ਹੋਵੇਗੀ। ਰੱਖਿਆ ਤਾਂ ਹੋਣੀ ਹੈ ਜੇ ਤੂੰ ਸ਼ਰਨ ਵਿੱਚ ਜਾਵੇਂਗਾ, ਸ਼ਰਨ ਕਬੂਲ ਕਰੇਗਾ। ਤੇ ਸਾਡੇ ਸਾਹਮਣੇ ਦੁਨੀਆ ਦਾ ਬੜਾ ਬਲਸ਼ਾਲੀ ਰਾਜਾ, ਤਾਕਤਵਰ ਹਰਨਾਕਸ਼, ਪਤਾ ਨਹੀਂ ਕਿੰਨਾ ਕੁ ਜ਼ੋਰ ਹੈ। ਇੱਕ ਨਿੱਕਾ ਜਿਹਾ ਬੱਚਾ ਪ੍ਰਹਿਲਾਦ ਬਿਲਕੁਲ ਕਮਜ਼ੋਰ ਹੈ, ਪਰ ਉਹਨੇ ਸ਼ਰਨ ਲਈ ਨਾ ਪਰਮਾਤਮਾ ਦੀ। ਜੇ ਸ਼ਰਨ ਲਈ ਹੈ ਤੇ ਰੱਖਿਆ ਵੀ ਤਾਂ ਹੀ ਹੋਈ ਹੈ, ਨਾ ਸ਼ਰਨ ਲੈਂਦਾ ਤੇ ਰੱਖਿਆ ਵੀ ਨਾ ਹੁੰਦੀ। ਇਸੇ ਤਰ੍ਹਾਂ ਭਾਈ ਸਾਨੂੰ ਪ੍ਰਹਿਲਾਦ ਦੇ ਵਾਂਗ ਗੁਰੂ ਦੀ ਸ਼ਰਨ ਵਿੱਚ ਆਉਣਾ ਹੀ ਪੈਣਾ ਹੈ, ਫਿਰ ਗੁਰੂ ਸਾਡੀ ਰਾਖੀ ਜ਼ਰੂਰ ਕਰਦਾ ਹੈ। ਪਰ ਜੇ ਸ਼ਰਨ ਤੋਂ ਬਾਹਰੀ ਹੋ ਜਾਵਾਂਗੇ ਫਿਰ ਰੱਖਿਆ ਕਿਵੇਂ ਕਰ ਪਾਵਾਂਗੇ। ਮਹਾਰਾਜ ਕਹਿਣ ਲੱਗੇ ਪਰਮੇਸ਼ਰ ਆਪ ਹੁਆ ਰਖਵਾਲਾ, ਉਹ ਪਰਮੇਸ਼ਰ ਫਿਰ ਆਪ ਰੱਖਿਆ ਕਰਨ ਵਾਲਾ ਬਣ ਜਾਂਦਾ ਹੈ। ਬਣਦਾ ਕਿਵੇਂ ਹੈ?
ਜਿਹੜੇ ਉਹਦੀ ਸ਼ਰਨ ਵਿੱਚ ਆ ਜਾਂਦੇ ਹਨ। ਸ਼ਾਂਤ ਸਹਿਜ ਸੁਖ ਖਿਨ ਮੈਂ ਉਪਜੈ ਮਨ ਹੋਆ ਸਦਾ ਸੁਖਾਲਾ। ਜੇ ਪਰਮਾਤਮਾ ਕਿਰਪਾ ਕਰੇ ਨਾ, ਇੱਕ ਖਿਣ ਦੇ ਵਿੱਚ ਅੱਖ ਖੋਲਣ ਤੇ ਮੀਟਣ ਦਾ ਸਮਾਂ, ਬਸ ਇੰਨੇ ਸਮੇਂ ਦੇ ਵਿੱਚ ਸ਼ਾਂਤੀ ਤੇ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਜਾਂ ਸੁਖ ਸ਼ਾਂਤੀ ਪ੍ਰਾਪਤ ਝੱਟ ਹੀ ਹੋ ਜਾਂਦੀ ਹੈ। ਪਰਮਾਤਮਾ ਇੱਕ ਖਿਣ ਦੇ ਵਿੱਚ ਹੀ ਬੇਅੰਤ ਸੁੱਖਾਂ ਨੂੰ ਦੇ ਦਿੰਦਾ। ਸਾਡੇ ਸਰੀਰ ਤੇ ਕੋਈ ਕਸ਼ਟ ਆ ਜਾਵੇ, ਕੋਈ ਬਿਮਾਰੀ ਦੁੱਖ ਆ ਜਾਵੇ, ਸਾਨੂੰ ਦਵਾਈ ਖਾਂਦਿਆਂ ਕਈ ਮਹੀਨੇ ਲੱਗ ਜਾਂਦੇ, ਕਈ ਦਿਨ ਲੱਗ ਜਾਂਦੇ, ਕਈ ਮਹੀਨੇ ਜਾਂ ਸਾਰੀ ਉਮਰ ਪਰਹੇਜ਼ ਕਰਨਾ ਪੈਂਦਾ। ਕੁਝ ਗੋਲੀਆਂ ਇਹੋ ਜਿਹੀਆਂ ਸਾਰੀ ਉਮਰ ਹੀ ਲੱਗ ਜਾਂਦੀਆਂ। ਪਰ ਜੇ ਪਰਮਾਤਮਾ ਕਿਰਪਾ ਕਰੇ, ਇੱਕ ਖਿਣ ਦੇ ਵਿੱਚ ਸਾਰੇ ਹੀ ਸੁੱਖ ਦੇ ਦਿੰਦਾ, ਝਾਟੀ ਬਿਮਾਰੀਆਂ ਵੀ ਖਤਮ ਕਰ ਦੇਵੇਗਾ। ਪਰ ਜੇ ਉਹਦੀ ਕਿਰਪਾ ਲੈਣੀ ਹੈ ਤੇ ਉਹਦੀ ਸ਼ਰਨ ਵਿੱਚ ਜਾਣਾ ਪਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਨ ਹੋਵਾ ਸਦਾ ਸੁਖਾਲਾ। ਜਿਹੜੇ ਸ਼ਰਨ ਵਿੱਚ ਪੈ ਜਾਂਦੇ, ਉਹਨਾਂ ਦਾ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ। ਰੋ ਹਰ ਹਰ ਨਾਮ ਦਿਓ ਦਾਰੂ। ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਹੈ ਹਰ ਹਰ, ਜਿਹਨੂੰ ਆਪਾਂ ਕਹਿ ਦਿੰਦੇ ਆ ਵਾਹਿਗੁਰੂ ਵਾਹਿਗੁਰੂ। ਇਹ ਦਾਰੂ ਹੈ ਭਾਈ। ਦਾਰੂ ਕਾਹਦਾ? ਬਿਮਾਰੀ ਦਾ, ਬਿਪਤਾ ਦਾ, ਦੁੱਖ ਦਾ, ਮੁਸੀਬਤ ਦਾ। ਜਿਨੇ ਗੁਰਬਾਣੀ ਨੂੰ ਪੜ੍ਹਿਆ ਹੈ, ਜਿਨੇ ਨਾਮ ਨੂੰ ਜਪਿਆ ਹੈ, ਨਾਮ ਸਾਰੀਆਂ ਮੁਸੀਬਤਾਂ ਦਾ ਦਾਰੂ ਹੈ। ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ, ਸਰਬ ਰੋਗ ਕੋ ਔਖਦ ਨਾਮ ਕਲਿਆਣ ਰੂਪ ਮੰਗਲ ਗੁਣਗਾਮ। ਕਈ ਵਾਰੀ ਦਵਾਈ ਨਹੀਂ, ਦਵਾ ਕੰਮ ਕਰਦੀ ਹੈ, ਪਰ ਦਵਾ ਵੀ ਉਹਨਾਂ ਦੀ ਕੰਮ ਕਰਦੀ ਹੈ, ਦੁਆ ਵੀ ਉਹਨਾਂ ਦੀ ਕੰਮ ਕਰਦੀ ਹੈ ਜਿਹੜੇ ਦੁਆ ਕਰਨ ਦੇ ਯੋਗ ਹੁੰਦੇ ਨੇ। ਜਿਵੇਂ ਦਵਾਈ ਹਰੇਕ ਡਾਕਟਰ ਜਾਂ ਹਰੇਕ ਵੈਦ ਨਹੀਂ ਦੇ ਸਕਦਾ, ਦਵਾਈ ਉਹ ਦੇ ਸਕਦਾ ਹੈ ਜਿਹਨੂੰ ਦਵਾਈ ਬਾਰੇ ਜਾਣਕਾਰੀ ਹੈ, ਭਾਵੇਂ ਉਹ ਵੈਦ ਹੈ, ਭਾਵੇਂ ਉਹ ਡਾਕਟਰ ਹੈ। ਦੁਆ ਵੀ ਉਹ ਵੀ ਕਰ ਸਕਦਾ ਜਿਹੜਾ ਦੁਆ ਕਰਨ ਦੇ ਯੋਗ ਹੈ। ਤੇ ਦੁਆ ਕਰਨ ਦੇ ਯੋਗ ਬੰਨਾ ਪੈਣਾ, ਫਰਿਆਦ ਕਰਨ ਦੇ ਯੋਗ ਵੀ ਬੰਨਾ ਪੈਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹਰ ਹਰ ਨਾਮ ਦਿਓ ਦਾਰੂ। ਪਰਮਾਤਮਾ ਨੇ ਸਾਨੂੰ ਦਾਰੂ ਦਿੱਤਾ ਤੇ ਹੋਇਆ ਨਾਮ ਦਾ, ਪਰ ਅਸੀਂ ਉਸ ਦਾਰੂ ਨੂੰ ਹਜੇ ਤੱਕ ਪਹਿਨਣਾ ਨਹੀਂ ਜਾਣਿਆ, ਉਸ ਦਾਰੂ ਨੂੰ ਹਾਲੇ ਤੱਕ ਇਸਤੇਮਾਲ ਕਰਨਾ ਨਹੀਂ ਜਾਣਿਆ। ਜਿੰਨਾ ਚਿਰ ਉਹ ਦਾਰੂ ਨੂੰ ਇਸਤੇਮਾਲ ਕਰਨਾ ਨਹੀਂ ਆਉਂਦਾ, ਰੋਗ ਦੂਰ ਨਹੀਂ ਹੈ। ਭਾਵੇਂ ਸਾਡੇ ਘਰ ਦੇ ਵਿੱਚ ਕਿੰਨੀਆਂ ਮਹਿੰਗੀਆਂ ਤੇ ਕੀਮਤੀ ਦਵਾਈਆਂ ਪਈਆਂ ਰਹਿਣ, ਬੜੀਆਂ ਚੰਗੀਆਂ ਦਵਾਈਆਂ ਬਣੀਆਂ ਪਈਆਂ ਰਹਿਣ, ਪਰ ਜਿੰਨਾ ਚਿਰ ਖਾਣੀ ਨਹੀਂ ਆਉਂਦੀ ਹੈ, ਉਹਨਾਂ ਚਿਰ ਪਈ ਹੋਈ ਦਵਾਈ ਨੇ ਅਲਮਾਰੀ ਵਿੱਚੋਂ ਕੋਈ ਅਸਰ ਨਹੀਂ ਕਰਨਾ। ਇਸੇ ਤਰ੍ਹਾਂ ਭਾਈ ਇਹ ਗੁਰੂ ਦਾ ਖਜ਼ਾਨਾ ਜਿਹੜਾ ਨਾਮ ਹੈ ਨਾ, ਇਹ ਜਿੰਨਾ ਮਰਜ਼ੀ ਅਸੀਂ ਆਖੀਏ ਵੀ ਗੁਟਕਾ ਸਾਹਿਬ ਮੇਰੇ ਕੋਲ ਪਿਆ, ਮੈਂ ਲਿਖਿਆ ਹੋਇਆ ਸ਼ਬਦ ਆਪਣੇ ਕੋਲ ਰੱਖਿਆ, ਇਹ ਜਪਣਾ ਪੈਣਾ ਹੈ। ਜ਼ੁਬਾਨ ਦੇ ਨਾਲ ਜਿੰਨਾ ਚਿਰ ਜਪਦਾ ਨਹੀਂ, ਉਹਨਾਂ ਚਿਰ ਗੱਲ ਬੰਨੀ ਨਹੀਂ ਹੈ। ਪਾਤਸ਼ਾਹ ਕਹਿਣ ਲੱਗੇ, ਹਰ ਹਰ ਨਾਮ ਦਿਓ ਦਾਰੂ ਸਗਲ ਰੋਗ ਕਾ ਔਖਦ ਨਾਮ। ਜਿੰਨੀਆਂ ਵੀ ਦੁਨੀਆ ਦੀਆਂ ਬਿਮਾਰੀਆਂ, ਜਿੱਥੇ ਦਵਾਈਆਂ ਬੂਟੀਆਂ ਖਤਮ ਹੋ ਜਾਂਦੀਆਂ, ਪਰਮਾਤਮਾ ਦਾ ਨਾਮ ਉੱਥੇ ਵੀ ਅਸਰ ਕਰਦਾ ਹੈ। ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਐਸੀ ਸਮਰੱਥਾ ਪਰਮਾਤਮਾ ਦੇ ਨਾਮ ਦੀ ਹੈ। ਤਿਨ ਸਗਲਾ ਰੋਗ ਬਿਦਾਰੂ। ਨਾਮ ਨੇ ਸਾਰੇ ਰੋਗ ਖਤਮ ਕਰ ਦਿੱਤੇ, ਰੋਗ ਰਹਿ ਹੀ ਕੋਈ ਨਹੀਂ ਗਿਆ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛੁਡਾਵੋ, ਇਸ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ। ਇਹ ਜਿੰਨੇ ਰੋਗ ਨੇ ਨਾ, ਭਾਵੇਂ ਝੂਠ ਦਾ ਆਪਾਂ ਆਖਦੇ ਫਲਾਣਾ ਬੰਦਾ ਬੜੇ ਝੂਠ ਬੋਲਦਾ, ਉਸ ਨੂੰ ਕਿਹਾ ਜਾਂਦਾ ਭਾਈ ਝੂਠ ਨਾ ਬੋਲਿਆ ਕਰ। ਉਹ ਇੱਕ ਵਾਰੀ ਕਹਿੰਦਾ ਚਲੋ ਨਹੀਂ ਬੋਲਾਂਗਾ, ਅਗਲੇ ਝੱਟ ਫਿਰ ਉਹ ਝੂਠ ਬੋਲ ਦਿੰਦਾ। ਕੋਈ ਨਿੰਦਿਆ ਕੋਈ ਚੁਗਲੀ ਕਰਦਾ ਹੈ, ਉਹਨੂੰ ਆਖਿਆ ਜਾਂਦਾ ਭਾਈ ਨਿੰਦਿਆ ਚੁਗਲੀ ਨਾ ਕਰ, ਉਹ ਕਹਿੰਦਾ ਹੁਣ ਨਹੀਂ ਕਰਾਂਗਾ, ਪਰ ਦੂਜੇ ਸਮੇਂ ਥੋੜੇ ਸਮੇਂ ਬਾਅਦ ਉਹ ਫਿਰ ਨਿੰਦਿਆ ਚੁਗਲੀ ਤੇ ਉਤਰ ਆਉਂਦਾ ਹੈ। ਕਾਰਨ ਇਹ ਹੈ ਵੀ ਕਹਿਣ ਦੇ ਨਾਲ ਕੁਝ ਨਹੀਂ ਹੋਣਾ। ਜੇ ਨਿੰਦਿਆ ਨੂੰ ਛੱਡਣਾ ਚਾਹਣਾ, ਜੇ ਚੁਗਲੀ ਨੂੰ ਛੱਡਣਾ ਚਾਹਣਾ, ਜੇ ਝੂਠ ਬੋਲਣਾ ਛੱਡਣਾ ਚਾਹਣਾ, ਤੇ ਤੈਨੂੰ ਨਾਮ ਦੀ ਕਮਾਈ ਕਰਨੀ ਪੈਣੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਨਾਮ ਹੀ ਇਹੋ ਜਿਹੀ ਦਵਾਈ ਹੈ, ਆਪਣੇ ਆਪ ਹੀ ਝੂਠ ਛੱਡਿਆ ਜਾਵੇਗਾ, ਆਪਣੇ ਆਪ ਨਿੰਦਿਆ ਛੁੱਟ ਜਾਵੇਗੀ। ਤਿਨ ਸਗਲਾ ਰੋਗ ਬਿਦਾਰੂ। ਇਹ ਨਾਮ ਤੇ ਭਾਈ ਸਾਰੇ ਰੋਗਾਂ ਨੂੰ ਪਰੇ ਕਰ ਦਿੰਦਾ ਹੈ। ਪਰ ਨਾਮ ਜਪਿਆ ਨਹੀਂ, ਕੱਲਾ ਜ਼ੁਬਾਨ ਨਾਲ ਕਹੀ ਜਾਵੇ ਵੀ ਮੈਂ ਅੱਜ ਨਿੰਦਿਆ ਨਹੀਂ ਕਰਾਂਗਾ, ਮੈਂ ਝੂਠ ਨਹੀਂ ਬੋਲਾਂਗਾ, ਮੈਂ ਚੁਗਲੀ ਨਹੀਂ ਕਰਦਾ, ਇਹ ਤੇ ਕੇਵਲ ਫਿਰ ਗੁਰਮੁਖੋ ਕਹਿਣ ਕਹਾਉਣ ਵਾਲੀਆਂ ਗੱਲਾਂ। ਨਾਮ ਦੀ ਕਮਾਈ ਤੋਂ ਬਿਨਾਂ ਇਹ ਅਵਗੁਣ ਕੋਈ ਨਹੀਂ ਛੁੱਟਦੇ। ਪਰ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੇ ਸਾਰੇ ਰੋਗ ਆਪਣੇ ਦੂਰ ਕਰ ਲਏ ਹਨ। ਆਪਣੇ
ਕਿਰਪਾ ਇਸ ਧਾਰੀ। ਵੇਲੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਗੁਰੂ ਦੇ ਰੂਪ ਦੇ ਵਿੱਚ ਆ ਕੇ, ਸੰਗਤ ਦੇ ਰੂਪ ਦੇ ਵਿੱਚ ਆ ਕੇ ਆਪਣੀ ਕਿਰਪਾ ਕਰਦੇ ਹਨ। ਤਿਨ ਸਗਲੀ ਬਾਤ ਸਵਾਰੀ। ਫਿਰ ਸਾਰੀਆਂ ਬਾਤਾਂ ਸੌਰ ਜਾਂਦੀਆਂ, ਕੋਈ ਇਹੋ ਜੀ ਬਾਤ ਹੈ ਹੀ ਨਹੀਂ ਜਿਹੜੀ ਵਿਗੜ ਜਾਵੇ। ਅਸੀਂ ਦਿਨੇ ਚਿੰਤਾ ਕਰਦੇ ਸ਼ਾਮ ਤੱਕ ਦੀ, ਸ਼ਾਮ ਨੂੰ ਚਿੰਤਾ ਕਰਦੇ ਦਿਨ ਤੱਕ ਦੀ, ਵੀ ਆਹ ਕੰਮ ਨਾ ਵਿਗੜ ਜਾਵੇ, ਇਹਦੇ ਵਿੱਚ ਕੋਈ ਝਗੜਾ ਨਾ ਪੈ ਜਾਵੇ, ਇਸ ਕੰਮ ਵਿੱਚ ਰੁਕਾਵਟ ਨਾ ਪੈ ਜਾਵੇ। ਪਰ ਮਹਾਰਾਜ ਕਹਿਣ ਲੱਗੇ ਜਿਨ੍ਹਾਂ ਤੇ ਹੁੰਦੀ ਨਾ ਪਰਮੇਸ਼ਰ ਦੀ ਕਿਰਪਾ, ਸਗਲੀ ਬਾਤ ਸਵਾਰੀ, ਉਹਨਾਂ ਦੀਆਂ ਸਾਰੀਆਂ ਗੱਲਾਂ ਹੀ ਗੁਰੂ ਸਵਾਰ ਦਿੰਦਾ, ਗੱਲ ਕੋਈ ਵਿਗੜਨ ਨਹੀਂ ਦਿੰਦਾ ਹੈ, ਬਚਨ ਕੋਈ ਵਿਗੜਦਾ ਹੀ ਨਹੀਂ ਹੈ, ਐਸੀਆਂ ਬਖਸ਼ਾਂ ਪ੍ਰਾਪਤ ਹੋ ਜਾਂਦੀਆਂ ਹਨ। ਪ੍ਰਭ ਆਪਣਾ ਬਿਰਦ ਸਮਾਰਿਆ। ਪਤਿਤ ਪਾਵਨ ਭਗਤ ਵਚਨ, ਇਹ ਪ੍ਰਮਾਤਮਾ ਦਾ ਬਿਰਦ ਹੈ। ਬਿਰਦ ਕਹੀਏ ਉਹਦਾ ਸੁਭਾਅ ਹੈ ਪ੍ਰਮਾਤਮਾ ਦਾ ਕਿ ਪਾਪੀਆਂ ਨੂੰ ਪਵਿੱਤਰ ਕਰਨਾ, ਅਤੇ ਉਹਦਾ ਸੁਭਾਅ ਹੈ ਗਰੀਬ ਦੀ ਰੱਖਿਆ ਕਰਨਾ। ਜਿਹੜਾ ਸ਼ਰਨ ਆ ਗਿਆ ਉਹਦੀ ਰੱਖਿਆ ਕਰਨਾ ਗੁਰੂ ਦਾ ਸੁਭਾਅ ਬਣਦਾ ਹੈ। ਇਹ ਗੁਰੂ ਨੇ ਸੁਭਾਅ ਬਣਾਇਆ ਹੋਇਆ, ਪਾਪੀ ਨੂੰ ਪਵਿੱਤਰ ਕਰਨਾ, ਜਿਵੇਂ ਕੌਡੇ ਨੂੰ ਕੀਤਾ, ਜਿਵੇਂ ਰਣਾਕਸ਼ ਵਰਗਿਆਂ ਦਾ ਭਲਾ ਕਰ ਦਿੱਤਾ, ਇਸੇ ਤਰ੍ਹਾਂ ਜਿਵੇਂ ਹੋਰ ਦੁਨੀਆ ਤੇ ਬੜੇ ਬੜੇ ਵੱਡੇ ਪਾਪੀ ਹੋਏ ਅਜਾਮਲ ਵਰਗੇ, ਉਹਨਾਂ ਸਾਰਿਆਂ ਦਾ ਭਲਾ ਕਰਨ ਨੂੰ ਗੁਰੂ ਸਮਰੱਥ ਹੈ। ਮਹਾਰਾਜ ਕਹਿਣ ਲੱਗੇ ਪਾਪੀਆਂ ਦਾ ਭਲਾ ਕੀਤਾ, ਫਿਰ ਜਿਹੜਾ ਸ਼ਰਨ ਆ ਗਿਆ ਉਹਦਾ ਵੀ ਭਲਾ ਕੀਤਾ। ਮਹਾਰਾਜ ਦੀ ਸ਼ਰਨ ਜਿਵੇਂ ਭਾਈ ਨੰਦ ਲਾਲ ਜੀ ਆਏ, ਉਹਦਾ ਭਲਾ ਕੀਤਾ, ਆਪਣੀ ਸ਼ਰਨ ਵਿੱਚ ਰੱਖ ਕੇ ਉਹਦਾ ਧਰਮ ਬਚਾ ਲਿਆ ਮਹਾਰਾਜ ਜੀਆਂ ਨੇ। ਇਹ ਹੈ ਬਿਰਦ ਮਹਾਰਾਜ ਦਾ ਕਿ ਸ਼ਰਨ ਆਏ ਦੀ ਉਹ ਰੱਖਿਆ ਕਰਦੇ ਹਨ। ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਸਾਡੇ ਵਿੱਚ ਗੁਣ ਕੀ ਨੇ ਅਵਗੁਣ ਕੀ ਨੇ, ਪ੍ਰਮਾਤਮਾ ਇਹਦੀ ਵਿਚਾਰ ਨਹੀਂ ਕਰਦਾ। ਸਭ ਤੋਂ ਨੇੜੇ ਦਾ ਰਿਸ਼ਤਾ ਮਾਂ-ਬਾਪ ਦਾ ਹੈ, ਜਾਂ ਬੱਚਿਆਂ ਦਾ ਰਿਸ਼ਤਾ ਮਾਂ-ਬਾਪ ਦੇ ਨਾਲ ਹੈ। ਪਰ ਕੁਝ ਅਵਗੁਣ ਇਹੋ ਜਿਹੇ ਹੁੰਦੇ ਜਿਨ੍ਹਾਂ ਅਵਗੁਣਾਂ ਨੂੰ ਮਾਂ-ਬਾਪ ਵੀ ਨਹੀਂ ਭੁੱਲ ਪਾਉਂਦੇ, ਵੀ ਆਹ ਸਾਡੇ ਪੁੱਤਰ ਵਿੱਚ ਮਾੜਾ ਅਵਗੁਣ ਇਹ ਨਹੀਂ ਹੋਣਾ ਚਾਹੀਦਾ, ਜਾਂ ਉਹਦੇ ਅਵਗੁਣ ਕਰਕੇ ਉਹ ਦੁਖੀ ਰਹਿੰਦੇ। ਜਾਂ ਕੁਝ ਅਵਗੁਣ ਇਹੋ ਜਿਹੇ ਜਿਨ੍ਹਾਂ ਤੋਂ ਬੱਚੇ ਆਪਣੇ ਮਾਂ-ਬਾਪ ਤੋਂ ਦੁਖੀ ਹੋ ਜਾਂਦੇ, ਵੀ ਬਾਪੂ ਸਾਡਾ ਆਹ ਹਰ ਵੇਲੇ ਗਲਤ ਕੰਮ ਕਰਦਾ ਹੈ, ਇਹਦੇ ਅਵਗੁਣ ਨੇ ਸਾਨੂੰ ਬੜਾ ਤੰਗ ਕਰ ਛੱਡਿਆ ਹੈ। ਕੁਝ ਅਵਗੁਣ ਉਹ ਨੇ ਜਿਹੜੇ ਭਾਵੇਂ ਸਾਡਾ ਰਿਸ਼ਤਾ ਕਿੰਨਾ ਵੀ ਨੇੜੇ ਦਾ ਕਿਉਂ ਨਾ ਹੋਵੇ, ਪਰ ਉਹ ਅਵਗੁਣ ਕਰਕੇ ਸਾਡੇ ਮਨ ਵਿੱਚ ਥੋੜੀ ਬਹੁਤੀ ਖਟਾਸ ਰਹਿੰਦੀ ਹੈ, ਦੂਰੀ ਬਣੀ ਰਹਿੰਦੀ ਹੈ। ਪਰ ਮਹਾਰਾਜ ਕਹਿਣ ਲੱਗੇ ਪਰਮਾਤਮਾ ਇਹੋ ਜਿਹਾ ਹੈ, ਉਹ ਗੁਣ ਅਵਗੁਣ ਦੀ ਵਿਚਾਰ ਹੀ ਨਹੀਂ ਕਰਦਾ ਹੈ। ਮਾਂ-ਬਾਪ ਦੇ ਨਾਲੋਂ ਵੀ ਜ਼ਿਆਦਾ ਪਿਆਰ ਗੁਰੂ ਦਾ ਸਿੱਖ ਦੇ ਨਾਲ, ਮਾਂ-ਬਾਪ ਦੇ ਨਾਲੋਂ ਵੀ ਜ਼ਿਆਦਾ ਪਿਆਰ ਪਰਮੇਸ਼ਰ ਦਾ ਹੈ ਆਪਣੇ ਭਗਤ ਦੇ ਨਾਲ। ਉਹ ਅਵਗੁਣਾਂ ਦੀ ਵਿਚਾਰ ਨਹੀਂ ਕਰਦਾ। ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਮੇਰੇ ਵਿੱਚ ਅਵਗੁਣ ਬਹੁਤੇ ਨੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅਸੀਂ ਤੇ ਭਰੇ ਹੋਏ ਅਵਗੁਣਾਂ ਦੇ, ਗੁਣ ਕੋਈ ਨਹੀਂ, ਪਰ ਗੁਰੂ ਪਰਮਾਤਮਾ ਇਹਦੇ ਤੋਂ ਰੱਖਿਆ ਕਰ ਲੈਂਦਾ, ਸਾਡੇ ਅਵਗੁਣਾਂ ਦੀ ਵਿਚਾਰ ਨਹੀਂ ਕਰਦਾ ਹੈ। ਗੁਰ ਕਾ ਸ਼ਬਦ ਭਇਓ ਸਾਖੀ। ਗੁਰੂ ਦਾ ਸ਼ਬਦ ਜਿਹੜਾ ਹੈ ਨਾ ਭਾਈ, ਇਹ ਸਾਖੀ ਕਹੀਏ ਗਵਾਹ ਬਣਿਆ ਹੈ। ਜਿਵੇਂ ਅਦਾਲਤ ਵਿੱਚ ਕੇਸ ਚੱਲਦਾ ਹੈ ਨਾ, ਬੰਦਾ ਕਿੱਡਾ ਵੀ ਸੱਚਾ ਕਿਉਂ ਨਾ ਹੋਵੇ, ਪਰ ਜੱਜ ਕਹਿੰਦਾ ਵੀ ਲਿਆ ਕੋਈ ਗਵਾਹ ਲੈ ਕੇ ਆ ਜਿਹੜਾ ਤੇਰੀ ਗਵਾਹੀ ਦੇਵੇ, ਇਹ ਗੱਲ ਮੰਨੇ ਵੀ ਤੂੰ ਵਾਕਿਆ ਨਿਰਦੋਸ਼ ਹੈ, ਤੇ ਫਿਰ ਗਵਾਹੀ ਦੇ ਸਿਰ ਤੇ ਫੈਸਲੇ ਹੁੰਦੇ। ਤੇ ਮਹਾਰਾਜ ਕਹਿਣ ਲੱਗੇ ਗੁਰੂ ਦਾ ਸ਼ਬਦ ਭਾਈ ਰੱਬ ਦੀ ਦਰਗਾਹ ਦੇ ਵਿੱਚ ਤੇਰੀ ਗਵਾਹੀ ਦੇਵੇਗਾ, ਉੱਥੇ ਚੱਲ ਕੇ ਐਸੀ ਬਖਸ਼ਿਸ਼ ਹੁੰਦੀ ਹੈ। ਤਿਨ ਸਗਲੀ ਲਾਜ ਰਾਖੀ। ਅਤੇ ਗੁਰੂ ਦਾ ਸ਼ਬਦ ਤੇਰੀ ਲਾਜ ਰੱਖੇਗਾ, ਇੱਜ਼ਤ ਰੱਖੇਗਾ ਭਾਈ। ਨਾ ਇਸ ਲੋਕ ਦੇ ਵਿੱਚ ਇੱਜ਼ਤ ਉਤਰੇਗੀ, ਨਾ ਪਰਲੋਕ ਦੇ ਵਿੱਚ ਉਤਰਨ ਨੂੰ ਦੇਵੇਗਾ। ਇਹ ਗੁਰੂ ਦੇ ਸ਼ਬਦ ਦੇ ਉੱਪਰ ਐਸੀ ਕਿਰਪਾ ਹੋ ਜਾਣੀ ਤੇਰੇ ਉੱਪਰ, ਜਿਨ੍ਹਾਂ ਨੇ ਗੁਰੂ ਦਾ ਸ਼ਬਦ ਜਪਿਆ ਭਾਈ, ਉਹਨਾਂ ਦੀ ਇੱਜ਼ਤ ਗੁਰੂ ਰੱਖ ਲੈਂਦਾ ਹੈ। ਬੁਲਾਇਆ ਬੋਲੀ ਤੇਰਾ। ਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਬੁਲਾਇਆ ਪਰਮਾਤਮਾ, ਮੈਂ ਤੇਰਾ ਬੁਲਾਇਆ ਹੋਇਆ ਬੋਲਦਾ। ਸਾਖੀ ਤੋਂ ਭਾਵ ਮਹਾਰਾਜ ਜੀਆਂ ਨੇ ਬਚਨ ਵਰਤਿਆ, ਕਹਿਣ ਲੱਗੇ ਗੁਰ ਕਾ ਸ਼ਬਦ ਭਇਓ ਸਾਖੀ। ਗੁਰੂ ਦਾ ਸ਼ਬਦ ਜਿਹੜਾ ਉਹ ਸਾਖੀ ਕਹੀਏ ਗਵਾਹੀ ਬਣ ਜਾਂਦਾ ਹੈ। ਜਦੋਂ ਗਵਾਹੀ ਬਣ ਜਾਂਦਾ ਹੈ, ਉਹ ਫਿਰ ਸੱਚੀ ਸਾਖੀ ਜਿਹੜੀ ਗਵਾਹੀ ਹੈ ਉਹ ਮਨੁੱਖ ਦੀ ਇੱਜ਼ਤ ਰੱਖ ਲੈਂਦੀ ਹੈ, ਇੱਜ਼ਤ ਵੱਧ ਜਾਂਦੀ ਹੈ ਪਰਮੇਸ਼ਰ ਦੀ ਸ਼ਰਨ ਵਿੱਚ ਆਉਣ ਕਰਕੇ। ਕਹਿਣ ਲੱਗੇ ਵੀ ਜਗਨਨਾਥਪੁਰੀ ਦੇ ਨੇੜੇ ਇੱਕ ਨਗਰ ਹੈ, ਉਸ ਨਗਰ ਦੇ ਦੋ ਬ੍ਰਾਹਮਣ ਜਿਹੜੇ ਯਾਤਰਾ ਨੂੰ ਚੱਲ ਪਏ। ਇੱਕ ਉੱਚੀ ਜਾਤੀ ਦਾ ਬ੍ਰਾਹਮਣ, ਕਿਉਂਕਿ ਬ੍ਰਾਹਮਣਾਂ ਦੇ ਵਿੱਚ ਵੀ ਕਈ ਗੋਤਾਂ ਨੇ, ਕੁਝ ਬ੍ਰਾਹਮਣ ਨੀਵੀਂ ਗੋਤ ਦੇ, ਕੁਝ ਬ੍ਰਾਹਮਣ ਉੱਚੀ ਗੋਤ ਦੇ। ਸਾਰੇ ਬ੍ਰਾਹਮਣ ਉੱਚੀ ਗੋਤਰ ਦੇ ਨਹੀਂ। ਇੱਕ ਬ੍ਰਾਹਮਣ ਬੜੀ ਉੱਚੀ ਗੋਤ ਦਾ, ਇੱਕ ਬ੍ਰਾਹਮਣ ਬੜੀ ਨੀਵੀਂ ਗੋਤ ਦਾ, ਦੋਨੇ ਜਾਣੇ ਇਕੱਠੇ ਹੋ ਕੇ ਚੱਲ ਪਏ।
भी चलो यात्रा करते हैं तो फिर मुड़े आवांगे। जदों जगन्नाथपुरी तो चले चलद्यां चलद्यां कहन लगे बिंद्रावन पहुँचे ना भगवान कृष्ण जियां दे स्थान ते कहन लगे उत्थे उच्ची जाति वाले ब्राह्मण नूं बुखार चढ़ गया, वो बीमार हो गया रस्ते में सफ़र करदा करदा। जदों अपने साथी नूं बीमार होया देखिया भी ये हुण अपने आप जल पानी नहीं छक सकदा, इशनान पान नहीं कर सकदा, प्रशादा पानी नहीं छक सकदा। जिहड़ा दूजा ब्राह्मण सी नाल वो फिर सेवा कर लग पिया, कहन लगा कोई नहीं यात्रा आपां 2 दिन ठहर के भी करांगे, चलो मेरा फर्ज बनदा भी मैं नाल लैके आया इहदी सेवा करां। जदों सेवा करन लग पिया तो कुछ समय बाद उहदा बुखार उतर गया, वो ठीक ठाक हो गया। उन्हें खुश हो के दूजे ब्राह्मण की सेवा तो खुश हो के आख्या कि मैं अपनी लड़की का रिश्ता तेरे नाल कर देंगा, तू बड़ा चंगा बंदा, भावें तेरा गोत मेरे नालों नीवी है पर तू मेरे नाल रहा, मेरी सेवा की है, मैं तेरी सेवा तो खुश हो के और तेरे जीवन तो तेरे सुभाव तो खुश हो के अपनी लड़की का रिश्ता तेरे नाल कीता। वो जिहड़ा ब्राह्मण दूजा सी उन्होंने पता सी भी हो सकता है मुकर ही ना जाए, इत्थे तो हुण मेरे ते खुश है, कल नूं लड़ाई झगड़ा भी हो सकता है। वो कहन लगा गवाही किहदी पाउंदा है, गवाही पा ना फिर तो मैं मन्ना भी वाकई ही तू ये गल मन नहीं है। तो कहन लगे एक पत्थर कोल पिया होया, पत्थर नूं वेख के कहन लगा भी आह पत्थर गवाही है अपनी भाई, ये गवाह बनया, ये सामने मैं तेरे नाल बचन किया। कहन लगा ठीक है जे गवाही पवाउंदा है। यात्रा करके दोने जाने घर चले गए। जदों घरे जाके दस्या ना ब्राह्मण ने भी मैं तो रिश्ता अपनी लड़की का करया है, तो उहदे घरदियां ने बड़ा ही झगड़ा किया, कहन लगे आपां उच्ची कुल दे ब्राह्मण, वो नीवी कुल दा, ये तू बड़ा माड़ा किया, लोग की कहणगे, लोग आपां नूं बड़ियां गल्लां बातां करनगे, ताने मिहणे देणगे। ये गल सुन के वो ब्राह्मण ने जवाब दे दिता, कहन लगा भाई सानू नहीं रिश्ता मंजूर, मैं नहीं करना। तो नीवी जात का ब्राह्मण कहन लगा भी तू तो आपे कहा सी और गवाही नहीं पवाई सी, हुण मुकरदा क्यों है? कहन लगा भी नहीं मैं कर ही नहीं सकता। उस वेले कहंदे भी नीवी जात के ब्राह्मण ने फिर सिला नूं साफ करके ना उहदी फिर पूजा की पत्थर की, उसते नारियल वगैरह रख के धूप बत्ती जगा के आरती उतार के उहदे सामने बैठ गया, हाथ जोड़ के कहन लगा भी यह भगवान है मूर्ति, तू साडी गवाही बनया, तेरे सामने उन्हें कहा कि मेरे ते कृपा कर मेरी गवाही दे। जदों इन्नियां गल्लां भावना दे नाल आखियां तो कहन लगे पत्थर ने आवाज़ दिता, पत्थर कहन लगा भी कदे पत्थरां ने गवाही नहीं दी, वो भलिया तू इत्थे कित्थे मेरे कोल आके वार वार तरले करदा पिया। जदों पत्थर दे विचों आवाज़ आई ना तो फिर इस ब्राह्मण ने आख्या, कहन लगा जे पत्थर गवाहियां नहीं ना देंदे तो पत्थर फिर तेरे वांग बोलते भी नहीं, जे बोलिया तो गवाही भी देनी पैनी है। जदों ये गल सुनी तो उस वेले वो पत्थर की मूर्ति पत्थर कहन लगा भी चल ठीक है, जे तू कहंदा तो मैं तेरी गवाही दे दिंदा, मैं तेरे नाल तेरे नगर ही चलांगा, पर एक बचन ध्यान विच रखी, मैं तेरे पिछे पिछे तुरदा, तू मेरे अगे अगे चल, पर पिछे मुड़ के ना देखी, जे पिछे मुड़ के देखेंगा मैं खड़ जाना, फिर तेरे नाल अगे नहीं जा पावांगा। कहन लगा ठीक है, अगे अगे ब्राह्मण चल पिया, पिछे पिछे कहन लगे वो पत्थर वड्डा अपने आप ही उहदे मगर रिड़दा आवे। जदों चलदियां चलदियां ये ब्राह्मण पहुंचा ना उस घर जिथे रिश्ता होया, उस नगर दे बाहर बार पहुंचा, मन में सोचदा पिछे वेख ही लवां भी मूर्ति पत्थर मेरे मगर आउंदा भी है कि मैं किते कल्ला तो नहीं तुरिया आउंदा। जदों पिछे मुड़ के वेख्या तो पत्थर उत्थे ही खड़ गया, कहन लगा भी तेरा मेरा बचन होया सी, पिछे मुड़ के ना वेखी, मैं तेरे मगर आवांगा। तू मुड़ के देखिया मैं तो हुण इत्थों गाह नहीं जा सकता, मैं तो इत्थे ही खड़ांगा। जदों वो पत्थर उत्थे खड़ गया फिर इस नीवी जात के ब्राह्मण ने सारे पिंड के लोग इकट्ठे किए तो वह ब्राह्मण नूं भी आवाज़ मारी जिन्हें रिश्ते की हाँ की है। सारिਆਂ ਨੂੰ फिर उस पत्थर के कोल लैके आया, आख्या भी ये साडा गवाह है, यदी गवाही मन के तो ये फैसला मेरे हक में किया जाए। फिर सारिਆਂ के सामने वो पत्थर बोल के कहन लगा, इन्हें मेरे सामने आख्या सी भी मैं अपनी लड़की का रिश्ता इस बंदे दे नाल कीता, ये हुण बंदा मुकरदा पिया, मैं इन्हां दा गवाह हाँ। जदों पत्थर ने इस तरह अपनी गवाही दे दी तो सारे पिंड के लोगों ने फिर वो हक का फैसला जिहड़ा सी वो नीवी जात वाले ब्राह्मण के हक में किया भी ये सही बोलता है।
महाराज कहन लगे भाई बचन ये है गवाही तो बिना फैसले नहीं होंगे। लोगों ने तो पत्थर दियां गवाहियां पवा छड़ियां अपना काम पूरा करने वास्ते, ते तू मुक्ति लैन वास्ते गुरु की गवाही तैनू नहीं चाहिए है। गुरु की गवाही लैनी पैनी है, उन्ना चिर मुक्ति भी प्राप्त नहीं होनी है। गुर का शब्द भयो साखी, ये गुरु का शब्द भाई साखी कहिए गवाह बन जाता है। लोक दे विच भी सुख लैने गुरु का शब्द गवाह है, पर लोक दे विच भी गवाह बन जाता है। तिन सगली लाज राखी, गुरु सारी लाज इज्जत कहिए रख लेंदा है। बुलाया बोली तेरा, अकाल पुरख मैं जिन्ने भी बचन बोलदा पिया आप जी दे बुलाए हुए। गुरु अर्जन देव पातशाह कहंदे गुरु रामदास जी ये तुहाडे बुलाए हुए बचन असी बोलदे पए हां। साहिब गुणी गहरा, साहिब मालक हो अते गुणां दे समुंदर हो, आप जियां दे बख्शे हुए गुण मेरे कोल हन। जप नानक नाम सच साखी, गुरु नानक देव पातशाह दे पंजवें स्वरूप गुरु अर्जन देव जी इत्थे शब्द संपूर्ण कर रहे। कहन लगे भाई जप नानक नाम, गुरु नानक देव पातशाह कहते नाम जप भाई ये सच साखी, ये सच्ची सिक्ख्या तैनू दिंदे आ, ये साडी सिक्ख्या विच झूठ कोई नहीं है। अपने दास की पैज राखी, अपने दासां दी भगतां दी वो पैज इज्जत अकाल पुरख आप रखदा है। ये सच्ची सिक्ख्या तैनू दित्ती है। गुरु परमेश्वर दी शरण विच पवेगा वो तेरी इज्जत नू रख लवेगा, ऐसी दात वो बख्शिश कर दिंदा है। समय दी समाप्ति, भुलां दी मुआफी, बचन गुरु का हिरदे वस जावे। जो